ਮਿੱਤਰ ਸੈਨ ਮੀਤ ਦੀ ਪੁਸਤਕ ਲਾਮ ਦੀ ਕਹਾਣੀ ਹੈ ਸ਼ਾਰਕ। ਅੱਧਾ ਸਮਾਂ ਬੀਤਣ ਦਾ ਐਲਾਨ ਹੋ ਚੁੱਕਾ ਸੀ। ਨਕਲਚੀਆਂ ਨੂੰ ਭਾਰੀ ਬਣ ਗਈ। ਜੇ ਇਸੇ ਤਰ੍ਹਾਂ ਹੱਥ ਤੇ ਹੱਥ ਧਰੀ ਬੈਠੇ ਰਹੇ ਤਾਂ ਉਹਨਾਂ ਦੀਆਂ ਆਨਸਰ ਸ਼ੀਟਾਂ ਤਾਂ ਕੋਰੀਆਂ ਰਹਿ ਜਾਣੀਆਂ ਸਨ। ਬਾਹਰੋਂ ਆਉਂਦੀਆਂ ਪਰਚੀਆਂ ਦੀ ਰਫ਼ਤਾਰ 'ਚ ਕਾਫੀ ਵਾਧਾ ਹੋ ਗਿਆ ਸੀ। ਹੁਸ਼ਿਆਰ ਵਿਦਿਆਰਥੀਆਂ ਨੇ ਪਹਿਲੀ ਆਨਸਰ ਸ਼ੀਟ ਮੁਕੰਮਲ ਕਰ ਲਈ ਸੀ। ਉਹਨਾਂ ਦਾ ਆਦਾਨ ਪ੍ਰਦਾਨ ਵੀ ਤੇ ਜ਼ੋਰਾਂ ਤੇ ਸੀ ਤੇ ਪਾਣੀ ਪਿਆਉਣ ਵਾਲਿਆਂ ਤੋਂ ਲੈ ਕੇ ਸੁਪਰਵਾਈਜ਼ਰ ਤੱਕ ਸਭ ਇਸੇ ਸੇਵਾ 'ਚ ਜੁਟੇ ਹੋਏ ਸਨ। ਸਬਜ਼ੀ ਮੰਡੀ ਬਣੇ ਐਗਜ਼ਾਮੀਨੇਸ਼ਨ ਹਾਲ ਨੂੰ ਦੇਖ ਕੇ ਖਰੈਤੀ ਨੂੰ ਚਿੜ ਚੜ ਰਹੀ ਸੀ। ਜਿਨ੍ਹਾਂ ਨੇ ਸਾਰਾ ਸਾਲ ਕਦੇ ਕਿਤਾਬ ਨੂੰ ਹੱਥ ਨਹੀਂ ਲਾਇਆ ਉਹ ਮੌਜਾਂ ਨਾਲ ਨਕਲਾਂ ਮਾਰ ਰਹੇ ਸਨ। ਨਕਲਾਂ ਮਾਰਦੇ ਨੇ ਤਾਂ ਪਏ ਮਾਰਨ, ਪਰ ਖਰੈਤੀ ਨੂੰ ਤਾਂ ਆਰਾਮ ਨਾਲ ਲਿਖਣ ਦੇਣ। ਸ਼ੋਰ ਸ਼ਰਾਬੇ 'ਚ ਨਾ ਕੁਝ ਸੁੱਝ ਰਿਹਾ ਸੀ ਨਾ ਲਿਖ ਹੋ ਰਿਹਾ ਸੀ। MLA ਦੇ ਪੁੱਤਰ ਹਮੀਦ ਤੇ ਯੂਨੀਅਨ ਦੇ ਪ੍ਰਧਾਨ ਬਬਲੇ ਨੂੰ ਤਾਂ ਜਿਵੇਂ ਪਰਚੀਆਂ ਦੀ ਵੀ ਪਰਵਾਹ ਨਹੀਂ ਸੀ। ਪੈਂਟਾਂ ਦੀਆਂ ਜੇਬਾਂ 'ਚ ਹੱਥ ਪਾਈ ਉਹ ਉਸੇ ਤਰ੍ਹਾਂ ਹਾਲ 'ਚ ਮਟਰ ਗਸ਼ਤੀ ਕਰ ਰਹੇ ਸਨ ਜਿਵੇਂ ਡਰਾਮੇ ਦੇ ਕਿਸੇ ਸ਼ੋਅ ਵਾਲੇ ਦਿਨ ਕਰਿਆ ਕਰਦੇ ਸੀ। ਸੁਮਿਦਾ ਦੀ ਬਦਤਮੀਜ਼ੀ ਦੀ ਤਾਂ ਹੱਦ ਹੀ ਨਹੀਂ ਸੀ। ਜਦੋਂ ਦਿਲ ਕਰਦਾ ਸੀਟ ਤੋਂ ਉੱਠਦੀ, ਜਿਸ ਕੋਲ ਜੀ ਕਰਦਾ ਜਾ ਖਲੋਂਦੀ, ਆਨਸਰ ਸ਼ੀਟ ਉਲਟ ਪੁਲਟ ਕੇ ਦੇਖਦੀ। ਕੋਈ ਪ੍ਰਸ਼ਨ ਵਧੀਆ ਹੱਲ ਹੋਇਆ ਹੁੰਦਾ ਤਾਂ ਅਗਲੇ ਦੀ ਆਨਸਰ ਸ਼ੀਟ ਇਉਂ ਚੁੱਕ ਲਿਜਾਂਦੀ ਜਿਵੇਂ ਸ਼ਾਹੂਕਾਰ ਕਰਜ਼ਾਈ ਜੱਟ ਦਾ ਪਿੜ ਚੁੱਕ ਲਿਜਾਂਦੇ ਆ। ਚਲਾਕ ਬਾਣੀਏ ਦੀ ਧੀ ਸੁਮਿਦਾ ਨੇ ਤਾੜ ਲਿਆ ਸੀ ਕਿ ਪਰਚਾ ਅਜੀਬੋ-ਗਰੀਬ ਢੰਗ ਨਾਲ ਸੈੱਟ ਹੋਇਆ ਹੈ। ਨਕਲਾਂ ਵਾਲੇ ਚਾਹੇ ਬਾਜ਼ਾਰੋਂ ਮਿਲਦੀਆਂ ਸਾਰੀਆਂ ਗਾਈਡਾਂ ਖੋਲ ਕੇ ਮੇਜ਼ ਤੇ ਰੱਖ ਲੈਣ, ਸਵਾਲ ਨਕਲ ਨਹੀਂ ਕਰ ਸਕਦੇ। ਮਸਲਾ ਨਾ ਸੁੱਡਿਆਂ 'ਚ ਟੰਗੀਆਂ ਕਿਤਾਬਾਂ ਤੋਂ ਹੱਲ ਹੋ ਰਿਹਾ ਸੀ ਤੇ ਨਾ ਹੀ ਬਾਹਰੋਂ ਆਉਂਦੀਆਂ ਪਰਚੀਆਂ ਤੋਂ। ਇਸੇ ਲਈ ਸੁਮਿਦਾ ਦੀ ਚੁਸਤ ਅੱਖ ਖਰੈਤੀ ਦੀ 16 ਪੰਨਿਆਂ ਦੀ ਪਹਿਲੀ ਆਨਸਰ ਸ਼ੀਟ ਤੇ ਟਿਕੀ ਹੋਈ ਸੀ। ਸੁਮਿਦਾ ਦੀ ਟੋਕ ਟਕਾਈ ਤੇ ਖਰੈਤੀ ਦੇ ਬਰਦਾਸ਼ਤ ਤੋਂ ਬਾਹਰ ਹੋ ਰਹੀ ਸੀ। ਰੋਸ ਪ੍ਰਗਟ ਕਰਨ ਲਈ ਕਈ ਵਾਰ ਉਹਨੇ ਸੁਪਰਵਾਈਜ਼ਰ ਵੱਲ ਕੌੜੀਆਂ ਅੱਖਾਂ ਨਾਲ ਤੱਕਿਆ ਵੀ। ਉਹ ਇਉਂ ਪਿੱਠ ਭੁਆ ਕੇ ਨਿਕਲ ਜਾਂਦੇ ਜਿਵੇਂ ਇਹ ਗੱਲ ਉਹਨਾਂ ਦੇ ਅਧਿਕਾਰ ਖੇਤਰ 'ਚ ਹੋਵੇ ਹੀ ਨਾ। ਆਖਿਰ ਉਹ ਕਾਲਜ ਦੀ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਦੀ ਕੁੜੀ ਸੀ, ਪ੍ਰਿੰਸੀਪਲ ਸੈਨੇਟ ਦਾ ਮੈਂਬਰ। ਪ੍ਰਿੰਸੀਪਲ ਰਾਹੀਂ ਸਾਰੇ ਸਟਾਫ ਨੂੰ ਇਸ ਲਾਡਲੀ ਦਾ ਖਿਆਲ ਰੱਖਣ ਲਈ ਹਦਾਇਤ ਜਾਰੀ ਹੋਈ ਹੋਏਗੀ। ਕੁੜੀ ਨੂੰ ਖਰੈਤੀ ਵਾਂਗ ਨੰਬਰਾਂ ਦੇ ਥੱਬੇ ਨਹੀਂ ਚਾਹੀਦੇ, ਉਹਨੇ ਤਾਂ ਪਾਸ ਹੀ ਹੋਣਾ ਹੈ। ਬਾਕੀ ਦਾ ਪ੍ਰਬੰਧ ਪ੍ਰਧਾਨ ਜੀ ਕਰੀ ਬੈਠੇ ਹਨ। ਤਕੜੀ ਜੀ ਡੋਨੇਸ਼ਨ ਦੇ ਕੇ ਉਹਨਾਂ ਪਟਨੇ ਸੀਟ ਬੁੱਕ ਕਰਾ ਰੱਖੀ ਹੈ। ਜੇ ਕਾਲਜ ਦੇ ਪ੍ਰਧਾਨ ਦਾ ਬੱਚਾ ਵੀ ਪਾਸ ਨਾ ਹੋਵੇ ਤਾਂ ਲਾਨਤ ਹੈ ਅਜਿਹੀ ਚੌਧਰ ਤੇ। ਅਜਿਹੇ ਭਲੇ ਕੰਮਾਂ ਲਈ ਸਟਾਫ ਨੂੰ ਪੂਰਾ ਤਾਲਮੇਲ ਰੱਖਣਾ ਪੈਂਦਾ ਹੈ। ਆਖਿਰ ਭਾਈਚਾਰਾ ਹੈ। ਅੱਜ ਇੱਥੇ ਕੰਮ ਆਉਣਗੇ ਤਾਂ ਕੱਲ ਨੂੰ ਆਪਣੇ ਕਾਲਜ ਕੰਮ ਲੈਣ ਜੋਗੇ ਹੋਣਗੇ। ਐਡਹੌਕ ਲੈਕਚਰਰ ਤਾਂ ਉਂਝ ਚੂਹੇ ਵਾਂਗ ਡਰਦੇ ਰਹਿੰਦੇ ਆ। ਸੈਨੇਟ ਵਾਲੇ ਕਿਸੇ ਸਮੇਂ ਵੀ ਉਹਨਾਂ ਦੀ ਗਰਦਨ ਦਬੋਚ ਸਕਦੇ ਆ। ਸੁਮਿਦਾ ਦੀ ਮਨਮਰਜ਼ੀ ਅੱਗੇ ਸਿਰ ਝੁਕਾਉਣਾ ਸਭ ਦਾ ਇਖਲਾਕੀ ਫਰਜ਼ ਸੀ। ਖਰੈਤੀ ਦਾ ਪੂਰਾ ਜ਼ੋਰ ਲੱਗਿਆ ਹੋਇਆ ਸੀ। ਉਹਦੇ ਸਾਰੇ ਪ੍ਰਸ਼ਨ ਪਹਿਲੀ ਆਨਸਰ ਸ਼ੀਟ ਵਿੱਚ ਹੀ ਸਿਮਟ ਜਾਣ ਤਾਂ ਜੋ ਉਹਦੀ ਸਾਲ ਭਰ ਦੀ ਮਿਹਨਤ ਸੁਮਿਦਾ ਦੇ ਹੱਥਾਂ 'ਚ ਨਾ ਪੜ ਸਕੇ। ਆਨਸਰ ਸ਼ੀਟ ਕੋਈ ਮਾਮੂਲੀ ਕਾਗਜ਼ ਦਾ ਟੁਕੜਾ ਨਹੀਂ ਸੀ। ਇਹਨਾਂ ਚੰਦ ਸਤਰਾਂ ਤੱਕ ਅਪੜਨ ਲਈ ਤਪਸਵੀਆਂ ਵਾਂਗ ਉਹਨੂੰ 12 ਵਰੇ ਤਪ ਕਰਨਾ ਪਿਆ ਸੀ। ਮਾਪਿਆਂ ਨੂੰ ਮੋਹਰਾਂ ਤੇ ਟਿਕੇ ਜੂਲੇ ਦਾ ਭਾਰ ਕਈ ਗੁਣਾ ਵਧਾਉਣਾ ਪਿਆ ਸੀ ਤੇ ਵੱਡੀ ਭੈਣ ਨੂੰ ਵਿਆਹ ਦੇ ਹੁਸੀਨ ਸੁਪਨੇ ਲੋਕਾਂ ਦੀਆਂ ਕੋਠੀਆਂ ਦੀਆਂ ਸਫਾਈਆਂ 'ਚ ਧੁੰਦਲੇ ਕਰਨੇ ਪਏ ਸਨ। ਪ੍ਰਸ਼ਨ ਪੱਤਰ ਪੜ੍ਹ ਕੇ ਜਿੰਨਾ ਉਹ ਖੁਸ਼ ਹੋਇਆ ਸੀ, ਬਿੱਲੀ ਵਾਂਗ ਆਨਸਰ ਸ਼ੀਟ ਤੇ ਝਪਟਣ ਲਈ ਤਿਆਰ ਬੈਠੀ ਸੁਮਿਦਾ ਨੂੰ ਦੇਖ ਕੇ ਉਨਾ ਹੀ ਉਦਾਸ ਹੋਈ ਜਾ ਰਿਹਾ ਸੀ। ਪੇਪਰ ਪੜ੍ਹਦਿਆਂ ਇੱਕ ਵਾਰ ਤਾਂ ਕੰਪਿਊਟਰ ਰਖਵਾਉਂਦੇ ਖਰੈਤੀ ਦੇ ਪੈਰਾਂ ਹੇਠੋਂ ਵੀ ਜ਼ਮੀਨ ਖਿਸਕ ਗਈ। ਪ੍ਰੋਫੈਸਰ ਜਗਜੀਤ ਦੀ ਛਤਰ ਛਾਇਆ ਹੇਠ ਕੀਤੀ ਮਿਹਨਤ ਤੇ ਖਰੈਤੀ ਨੂੰ ਮਾਣ ਸੀ। ਸਿਲੇਬਸ ਦਾ ਇੱਕ ਅੱਖਰ ਤਿਆਰ ਸੀ। ਐਗਜ਼ਾਮੀਨਰ ਚਾਹੇ ਜਿੱਥੋਂ ਮਰਜ਼ੀ ਪਰਚਾ ਪਾ ਦੇ, ਉਹਨੂੰ 100 ਨੰਬਰਾਂ ਦਾ ਪਰਚਾ ਹੱਲ ਕਰਨੋਂ ਨਹੀਂ ਸੀ ਰੋਕ ਸਕਦਾ। ਇਸੇ ਲਈ ਨਿੰਦੀ, ਜਗਤਾਰ ਤੇ ਟੀਟੂ ਵਾਂਗ ਨਾ ਉਹਨੂੰ ਸਵੇਰੇ ਉੱਠ ਕੇ ਮੰਦਰ ਜਾਣ ਦੀ ਜ਼ਰੂਰਤ ਪਈ ਸੀ ਤੇ ਨਾ ਪ੍ਰਸ਼ਨ ਪੱਤਰ ਤਕਸੀਮ ਹੋਣ ਤੋਂ ਪਹਿਲਾਂ ਅੱਖਾਂ ਮੀਟ ਕੇ ਮੰਤਰ ਪੜ੍ਹਨ ਦੀ। ਉਹਨੇ ਜੋ ਕਰਨਾ ਸੀ ਉਹ ਸੀ ਠੰਡੇ ਦਿਮਾਗ ਨਾਲ ਪੇਪਰ ਪੜ੍ਹਨਾ, ਸਭ ਤੋਂ ਵਧੀਆ ਆਉਂਦੇ ਸਵਾਲਾਂ ਦੀ ਚੋਣ ਕਰਨਾ ਤੇ ਹਰ ਪ੍ਰਸ਼ਨ ਲਈ ਸਮਾਂ ਨਿਯਤ ਕਰਕੇ ਉੱਤਰ ਲਿਖਣ ਜੁਟ ਪੈਣਾ। ਪਹਿਲੇ ਘੰਟੇ ਦੇ ਮੌਤ ਵਰਗੇ ਸੰਨਾਟੇ ਵਿੱਚ ਇਹ ਕੰਮ ਆਸਾਨੀ ਨਾਲ ਸਿਰੇ ਚੜ ਰਿਹਾ ਸੀ। ਪਹਿਲਾ ਪ੍ਰਸ਼ਨ ਛੋਹਦਿਆਂ ਹੀ ਉਹਦੇ ਦਿਮਾਗ ਤੇ ਪੈਨ ਦਾ ਤਾਲਮੇਲ ਬੈਠ ਗਿਆ। ਜਵਾਬ ਰੱਬੀ ਬਾਣੀ ਵਾਂਗ ਕਾਗਜ਼ਾਂ ਤੇ ਉਤਰਨ ਲੱਗੇ। ਜੇ ਇਸੇ ਤਰ੍ਹਾਂ ਸਵਾਲ ਹੱਲ ਹੁੰਦੇ ਰਹੇ ਤਾਂ ਕਿਹੜਾ ਭੜੂਆ ਉਹਨੂੰ ਡਾਕਟਰ ਬਣਨੋਂ ਰੋਕ ਸਕਦਾ ਹੈ। ਖਰੈਤੀ ਨਾਲੇ ਸਵਾਲ ਕਰ ਰਿਹਾ ਸੀ, ਨਾਲੇ ਆਪਣੇ ਜਮਾਤੀ ਹਮੀਦ ਤੇ ਮੁਸਕਰਾ ਰਿਹਾ ਸੀ। ਹਮੀਦ ਯਕੀਨ ਕਰਨ ਲਈ ਤਿਆਰ ਨਹੀਂ ਸੀ ਕਿ ਟੱਟੀਆਂ ਚੁੱਕਣ ਵਾਲੇ ਧਾਨਕਿਆਂ ਦਾ ਮੁੰਡਾ ਵੀ ਉਹਦੇ ਬਾਪ ਵਾਂਗ ਡਾਕਟਰ ਅਖਵਾ ਸਕਦਾ ਹੈ। ਰੇੜੀ ਵਾਹੁਣ ਵਾਲਾ ਸੰਤਾ ਕੜਕਦੀ ਧੁੱਪ ਵਾਲੀ ਦੁਪਹਿਰ ਪੱਖੇ ਥੱਲੇ ਕਿਵੇਂ ਬਿਤਾ ਸਕਦਾ ਹੈ।
ਮੁੰਡਾ ਜੰਮਣ ਵਾਲੀਆਂ ਨੂੰ ਵਧਾਈ ਦੇਣ ਲਈ ਸਾਰਾ ਦਿਨ ਹਸਪਤਾਲ ਦੇ ਗੇਟ ਤੇ ਖੜੀ ਰਹਿਣ ਵਾਲੀ ਜਮਾਂਦਾਰਨੀ ਡਾਕਟਰ ਦੀ ਮਾਂ ਵਾਲੀ ਬੀਬੀ ਜੀ ਕਿਵੇਂ ਬਣ ਸਕਦੀ ਹੈ? ਖਰੈਤੀ ਨਾਲੋਂ ਹੁਸ਼ਿਆਰ ਬਥੇਰੇ ਵਿਦਿਆਰਥੀ ਸਨ ਕਲਾਸ ਵਿੱਚ। ਧਨਕਿਆਂ ਦਾ ਉਹ ਇਕੱਲਾ ਹੀ ਸੀ। ਸ਼ਾਇਦ ਇਸੇ ਕਰਕੇ ਹਮੀਦ ਨੂੰ ਉਹਨਾਂ ਜਮਾਂਦਾਰਾਂ ਦੇ ਬਰਾਬਰ ਬੈਠਣਾ ਚੰਗਾ ਨਹੀਂ ਸੀ ਲੱਗਦਾ, ਜਿਨ੍ਹਾਂ ਦੀਆਂ ਸੈਂਕੜੇ ਪੀੜ੍ਹੀਆਂ ਉਹਨਾਂ ਦੇ ਬਜ਼ੁਰਗਾਂ ਦਾ ਗੰਦ ਢੋਂਦੀਆਂ, ਉਹਨਾਂ ਦੀ ਜੂਠ ਖਾਂਦੀਆਂ ਤੇ ਉਹਨਾਂ ਦੇ ਉਤਾਰ ਵਿਆਹ ਸ਼ਾਦੀਆਂ ਲਈ ਸੰਭਾਲ ਰੱਖਦੀਆਂ ਆ ਰਹੀਆਂ ਸਨ। ਖਰੈਤੀ ਨੂੰ ਚੜਾਉਣ ਲਈ ਅਕਸਰ ਉਹ ਮਹਿਫਿਲ ਜਮਾਉਂਦਾ ਤੇ ਉਸ ਮੂਰਖ ਡੱਡੂ ਦੀ ਕਹਾਣੀ ਸੁਣਾਉਣ ਲੱਗਦਾ, ਜਿਹੜਾ ਸਾਰਸਾਂ ਦੀਆਂ ਗੱਲਾਂ ਸੁਣ ਵਿਸ਼ਾਲ ਸਮੁੰਦਰਾਂ ਦੇ ਸੁਪਨੇ ਵੇਖਣ ਲੱਗਾ ਸੀ। ਬਗਾਨੇ ਪਰਾਂ ਦੇ ਸਹਾਰੇ ਉੱਡਦਾ ਅਸਮਾਨ ਨੂੰ ਗਿਰ ਕੇ ਉਹ ਨਾ ਘਰਦਾ ਰਿਹਾ ਨਾ ਘਾਟਦਾ। ਪਿੱਛੋਂ ਜਮਾਤੀਆਂ ਨੇ ਉਹਦਾ ਨਾਮ ਮੂਰਖ ਡੱਡੂ ਤੇ ਪ੍ਰੋਫੈਸਰ ਜਗਜੀਤ ਦਾ ਨਾਂ ਸਾਰਸ ਰੱਖਤਾ ਸੀ। ਸਿਗਰਟਾਂ ਫੂਕਦੇ, ਚਾਹਾਂ ਪੀਂਦੇ, ਸੁਮਿਧਾ ਨਾਲ ਗੱਪਾਂ ਮਾਰਦੇ ਹਮੀਦ ਨੂੰ ਵੇਖ ਕੇ ਖਰੈਤੀ ਮਨ ਹੀ ਮਨ ਖੁਸ਼ ਹੋ ਰਿਹਾ ਸੀ। ਇੰਨਾ ਔਖਾ ਪੇਪਰ ਹੈ, ਹਮੀਦ ਜ਼ੋਰ ਲਾ ਲਏ 5 ਨੰਬਰ ਵੀ ਹਾਸਲ ਨਹੀਂ ਕਰ ਸਕਦਾ। ਫਿਰ ਵੀ ਫਿਕਰ ਦੇ ਨਿਸ਼ਾਨ ਉਹਦੇ ਚਿਹਰੇ ਤੇ ਕਿਉਂ ਨਹੀਂ? ਇਹ ਖਰੈਤੀ ਦੀ ਸਮਝੋ ਬਾਹਰ ਸੀ। ਠੀਕ ਹੈ, ਉਹ ਸ਼ਹਿਰ ਦੇ ਸਭ ਤੋਂ ਮਸ਼ਹੂਰ ਡਾਕਟਰ ਫਖਰੂਦੀਨ ਦਾ ਮੁੰਡਾ ਹੈ। ਉਹਨਾਂ ਦਾ 100 ਬਿਸਤਰਿਆਂ ਦਾ ਹਸਪਤਾਲ ਹੈ। 2 ਵੱਡੇ ਭਰਾ ਵੀ ਡਾਕਟਰ ਹਨ। ਹਮੀਦ ਪ੍ਰੀ ਮੈਡੀਕਲ ਪਾਸ ਕਰੇ ਸਹੀ, ਮੁੱਖ ਮੰਤਰੀ ਦੇ ਕੋਟੇ ਚੋਂ ਨੋਮੀਨੇਸ਼ਨ ਪੱਕੀ ਹੈ। ਫਖੂਰ ਨੇ ਖੱਦਰ ਐਵੇਂ ਤਾਂ ਨਹੀਂ ਪਹਿਨਿਆ ਹੋਇਆ, ਪਰ ਪਾਸ ਹੋਣ ਲਈ ਵੀ ਤਾਂ 4 ਵਰਕੇ ਭਰਨੇ ਹੀ ਪੈਣੇ ਸਨ। ਕਿਸੇ ਨੇ ਖਾਲੀ ਪੰਨਿਆਂ ਤੇ ਤਾਂ ਨੰਬਰ ਨਹੀਂ ਲਾ ਦੇਣੇ। ਤੇ ਖਰੈਤੀ ਦੇਖੇਗਾ ਮੂਰਖ ਉਹ ਹੈ ਜਾਂ ਹਮੀਦ? ਉਹ ਹੋਰਨਾਂ ਦੇ ਪਰਾਂ ਸਹਾਰੇ ਉੱਡਣ ਵਾਲਾ ਡੱਡੂ ਨਹੀਂ, ਉਹ ਤਾਂ ਬਾਜ ਹੈ, ਬਾਜ। ਆਪਣੇ ਪਰ ਉਗਾਉਣ ਲਈ ਉਹਨਾਂ 12 ਸਾਲ ਮਿਹਨਤ ਕੀਤੀ ਹੈ। ਹਮੀਦ ਦੇਖਦਾ ਰਹਿ ਜਾਏਗਾ ਕਿਵੇਂ ਬਾਜ ਉਹ ਆਪਣੀ ਸੀਟ ਹਥਿਆਉਂਦਾ ਹੈ। ਲੱਖ ਯਤਨ ਕਰਨ ਤੇ ਵੀ ਉਹ 16 ਪੰਨਿਆਂ ਵਿੱਚ 2 ਤੋਂ ਵੱਧ ਪ੍ਰਸ਼ਨ ਨਹੀਂ ਸੀ ਸਮੇਟ ਸਕਿਆ। ਜਿਉਂ ਹੀ ਵਾਧੂ ਸੀਟ ਲੈਣ ਲਈ ਖਰੈਤੀ ਖੜਾ ਹੋ ਗਿਆ, ਸਾਰੇ ਹਾਲ 'ਚ ਗੜਬੜੀ ਜੀ ਮਚ ਗਈ, ਜਿਵੇਂ ਖਰੈਤੀ ਨੇ ਬੰਬ ਸੁੱਟਿਆ ਹੋਵੇ। ਪਹਿਲੀ ਸ਼ੀਟ ਭਰਨ ਵਾਲਾ ਖਰੈਤੀ ਪਹਿਲਾ ਵਿਦਿਆਰਥੀ ਸੀ। ਪ੍ਰਿੰਸੀਪਲ ਦਾ ਨਿੰਦੀ ਵੀ ਹਾਲੇ ਤਾਂ ਮੂੰਹ 'ਚ ਪੈਨ ਦੇਈ ਬੈਠਾ ਸੀ। ਸਾਰਾ ਵਰ੍ਹਾ ਟਿਊਸ਼ਨ ਰੱਖਣ ਵਾਲੇ ਟੀਟੂ ਤੇ ਫਿਜ਼ਿਕਸ ਦੇ ਪ੍ਰੋਫੈਸਰ ਦੀ ਧੀ ਅਨੀਤਾ ਦੀਆਂ ਹਾਲੇ ਅੱਧੀਆਂ ਸ਼ੀਟਾਂ ਵੀ ਨਹੀਂ ਸੀ ਭਰੀਆਂ। ਭਰੀ ਸ਼ੀਟ ਨੂੰ ਕੂਣੀਆਂ ਹੇਠ ਦਬਾ ਕੇ ਉਹਨੇ ਤੀਜਾ ਪ੍ਰਸ਼ਨ ਆਰੰਭਿਆ ਹੀ ਸੀ ਕਿ ਪਿੱਛੇ ਬੈਠੇ ਜਗਤਾਰ ਦੀਆਂ ਹੁੱਜਾਂ ਤੇਜ਼ ਹੋ ਗਈਆਂ। ਰੋਲ ਨੰਬਰਾਂ ਦੇ ਹਿਸਾਬ ਨਾਲ ਸ਼ੀਟਾਂ ਲੱਗਦੀਆਂ ਤਾਂ ਜਗਤਾਰ ਦੀ ਸ਼ੀਟ ਸੁਮਿਧਾ ਦੇ ਪਿੱਛੇ ਬਣਦੀ ਸੀ। ਸੀਟਾਂ ਲਾਉਣ 'ਚ ਪਤਾ ਨਹੀਂ ਕੀ ਹੇਰਾਫੇਰੀ ਕੀਤੀ ਗਈ ਸੀ। ਹੈੱਡ ਕਲਰਕ ਦਾ ਪੁੱਤਰ ਜਗਤਾਰ ਉਹਦੇ ਪਿੱਛੇ ਬਿਠਾਤਾ ਗਿਆ ਸੀ, ਹਮੀਦ ਦੀ ਸੀਟ ਬਿਲਕੁਲ ਅਖੀਰ 'ਚ, ਤਾਂ ਜੋ ਕੋਈ ਰੋਕ ਟੋਕ ਨਾ ਹੋਵੇ। ਸੁਮਿਧਾ ਦੀ ਵਿਚਕਾਰ, ਤਾਂ ਜੋ ਸਾਰੇ ਵਿਦਿਆਰਥੀਆਂ ਤੇ ਨਿਗਾਹ ਰੱਖ ਸਕੇ। ਖਰੈਤੀ ਵਾਂਗ ਹੀ ਸੌਣ ਦੀ 10ਵੀਂ ਲਾਈਨ 'ਚ ਪਹਿਲਾਂ ਪ੍ਰਿੰਸੀਪਲ ਦੇ ਮੁੰਡੇ ਨਿੰਦੀ ਨੂੰ ਕੋਈ ਤੰਗ ਨਾ ਕਰ ਸਕੇ, ਇਸ ਲਈ ਉਹਦੀ ਸੀਟ ਸੁਪਰਡੈਂਟ ਨੇ ਆਪਣੇ ਕੋਲ ਲਾ ਲਈ ਸੀ। ਹਾਲ 'ਚ ਵੜਦੇ ਹੀ ਹੈੱਡ ਕਲਰਕ ਨੇ ਮਿੱਠੀਆਂ ਗੱਲਾਂ ਕੀਤੀਆਂ ਸਨ। ਲੱਕੜ ਨਾਲ ਲੋਹਾ ਵੀ ਤਰ ਜਾਂਦਾ ਹੈ, ਵੱਡਿਆਂ ਦੀਆਂ ਵੱਡੀਆਂ ਗੱਲਾਂ ਹੁੰਦੀਆਂ ਹਨ। ਜਗਤਾਰ ਖਰੈਤੀ ਵਰਗਾ ਹੀ ਹੈ, ਉਹਦਾ ਕੁਛ ਨਹੀਂ ਵਿਗੜਨਾ। ਜਗਤਾਰ ਰੋਟੀ ਜੋਗਾ ਹੋ ਜੂ। ਖਰੈਤੀ ਨੂੰ ਸਮਝ ਨਹੀਂ ਸੀ ਆਉਂਦੀ, ਸਾਰੇ ਉਸ ਮਗਰ ਹੱਥ ਧੋ ਕੇ ਕਿਉਂ ਪਏ ਹੈ? ਉਹ ਕੱਲਾ ਹੀ ਤਾਂ ਲਾਲਾ ਹਰਦਿਆਲ ਨਹੀਂ, ਉਸ ਵਰਗੇ 20 ਹੋਰ ਹੈ। ਸਭ ਆਰਾਮ ਨਾਲ ਆਪਣੇ ਕੰਮ 'ਚ ਜੁਟੇ ਹੋਏ ਹੈ। ਜਗਤਾਰ ਨੂੰ ਟਾਲ ਕੇ ਹਟਿਆ ਸੀ ਕਿ ਸੁਮਿਧਾ ਧਮਕੀ। ਜਗਤਾਰ ਨਕਲ ਮਾਰ ਲਏ ਤਾਂ ਮਾਰ ਲਏ, ਸੁਮਿਧਾ ਨੂੰ ਤਾਂ ਕਦੇ ਵੀ ਸ਼ੀਟ ਨਹੀਂ ਦੇਗਾ। ਜਾਏ ਆਪਣੇ ਹਮੀਦ ਕੋਲ, ਡੱਡੂ ਲੂੰਬੜੀ ਦਾ ਕੀ ਸਵਾਰ ਸਕਦਾ। ਜਦੋਂ ਡਿਪਟੀ ਸੁਪਰਡੈਂਟ ਹੀ ਸਿਰ ਤੇ ਆ ਖੜੋਤਾ ਤਾਂ ਖਰੈਤੀ ਰੋਣ ਹੱਕਾ ਹੋ ਗਿਆ। ਸੁਮਿਧਾ ਦੇ ਧਨੀ ਬਾਪ ਦਾ ਉਹਨੂੰ ਹੁਣ ਕੋਈ ਰੋਬ ਨਹੀਂ ਸੀ। ਅਗਲੇ ਸਾਲ ਉਹਨੇ ਮੈਡੀਕਲ ਕਾਲਜ ਚਲੇ ਜਾਣਾ ਸੀ ਤੇ ਇਹਨਾਂ ਸਟਾਫ ਵਾਲਿਆਂ ਦਾ ਕੀ ਕਰੇ? ਉਹਨੇ ਸੁਣ ਰੱਖਿਆ ਸੀ ਕਿ ਇੱਕ ਹਰਖੇ ਸੁਪਰਵਾਈਜ਼ਰ ਨੇ ਇੱਕ ਵਾਰੀ ਕਿਸੇ ਮੁੰਡੇ ਦੀ ਆਨਸਰ ਸ਼ੀਟ ਤੋਂ ਇੱਕ ਸਵਾਲ ਕੱਟ ਦਿੱਤਾ ਸੀ। ਮੈਰਿਟ 'ਚ ਆਉਂਦਾ ਹੁੰਦਾ ਉਹ ਮਸਾਂ ਹੀ ਪਾਸ ਹੋਇਆ ਸੀ। ਇਹ ਤਾਂ ਪਰਚਾ ਹੀ ਫਿਜ਼ਿਕਸ ਹੈ, ਕਿਸੇ ਨੂਮੈਰੀਕਲ ਦੇ ਅੱਗੇ ਏਕਾ ਦੂਆ ਜਾਂ ਪਿੱਛੇ 0 ਵੀ ਲਿਖ ਦਿਓ ਤਾਂ ਹੀ ਪੱਠਾ ਬੈਠ ਸਕਦਾ। ਉਹ ਇਸ ਤਰ੍ਹਾਂ ਦਾ ਜੋਖਮ ਨਹੀਂ ਸੀ ਲੈ ਸਕਦਾ। ਭਾਰੇ ਮਨ ਨਾਲ ਉਹਨੂੰ ਆਨਸਰ ਸ਼ੀਟ ਤੋਂ ਕੂਣੀਆਂ ਖਸਕਾਉਣੀਆਂ ਪਈਆਂ। ਆਨਸਰ ਸ਼ੀਟ ਜਾਂਦੇ ਹੀ ਖਰੈਤੀ ਨੂੰ ਆਪਣੇ ਖੰਭ ਕੱਟੇ ਮਹਿਸੂਸ ਹੋਣ ਲੱਗੇ। ਉਹਦੀ ਇਕਾਗਰਤਾ ਭੰਗ ਹੋ ਗਈ। ਭਾਂਤ ਦੇ ਫਿਕਰ ਉਹਨੂੰ ਆ ਚੰਬੜੇ। ਸੁਮਿਧਾ ਦੀ ਹਮੀਦ ਨਾਲ ਯਾਰੀ ਸੀ। ਪਹਿਲਾਂ ਉਹ ਆਪ ਨਕਲ ਕਰੇਗੀ, ਫਿਰ ਹਮੀਦ ਨੂੰ ਕਰਾਏਗੀ। ਹਮੀਦ ਜੋ ਹਰ ਹਾਲਤ 'ਚ ਖਰੈਤੀ ਨੂੰ ਫੇਲ ਹੋਇਆ ਵੇਖਣਾ ਚਾਹੁੰਦਾ ਹੈ। ਨਕਲ ਤਾਂ ਨਕਲ, ਹਮੀਦ ਕੋਈ ਵੀ ਕਮੀਨੀ ਹਰਕਤ ਕਰ ਸਕਦਾ ਹੈ। ਕੀ ਵਸਾ ਕਿਸੇ ਲਾਈਨ ਤੇ ਕਾਟਾ ਮਾਰ ਦੇਵੇ, ਸਿਆਹੀ ਡੋਲ ਦੇਵੇ, ਵਰਕਾ ਹੀ ਪਾੜ ਦੇਵੇ। ਆਨਸਰ ਸ਼ੀਟ ਦੇ ਕੇ ਉਹ ਕਿਧਰੇ ਸੱਚਮੁੱਚ ਤਾਂ ਮੂਰਖਤਾ ਨਹੀਂ ਕਰ ਬੈਠਾ। ਕਿਧਰੇ ਉਹਨੇ ਆਪਣੇ ਪਰਿਵਾਰ ਤੇ ਪ੍ਰੋਫੈਸਰਾਂ ਦੇ ਸੁਪਨਿਆਂ ਨੂੰ ਹਮੀਦ ਦੇ ਹਵਾਲੇ ਤਾਂ ਨਹੀਂ ਕਰਤਾ। ਲੱਖ ਯਤਨ ਕਰਨ ਤੇ ਵੀ ਖਰੈਤੀ ਨੂੰ ਅਗਲੇ ਪ੍ਰਸ਼ਨ ਦਾ ਹੱਲ ਨਹੀਂ ਸੀ ਆਉਣ ਰਿਹਾ। ਬਾਰ-ਬਾਰ ਇੱਕੋ ਸਵਾਲ ਉਹਦਾ ਪਿੱਛਾ ਕਰ ਰਿਹਾ ਸੀ। ਹਮੀਦ
ਹੱਥੀਂ ਗਈ ਆਨਸਰ ਸ਼ੀਟ ਸਹੀ ਸਲਾਮਤ ਮੁੜ ਵੀ ਆਏਗੀ ਜਾਂ ਨਹੀਂ। ਇਸੇ ਸੋਚ ਸਾਰੀ ਤਰਤੀਬ ਉੱਪਰ ਥੱਲੇ ਹੋ ਗਈ। ਕੁਝ ਪਲ ਪਹਿਲਾਂ ਇੰਜ ਨਹੀਂ ਸੀ। ਉਦੋਂ ਤਾਂ ਉਹਨੂੰ ਲੱਗਦਾ ਸੀ ਜੱਸੇ ਦੇ ਫੱਤੂ ਤੇ ਰਾਜੇ ਦੇ ਨੰਦੂ ਵਾਂਗ ਉਹਨਾਂ ਦੇ ਦਿਨ ਵੀ ਫਿਰਨ ਵਾਲੇ ਹਨ। ਉਹ ਤਾਂ ਸਾਰੀਆਂ 10-10 ਪੜ੍ਹੇ ਸੀ ਤੇ ਉਹ ਵੀ ਤੀਜੇ ਦਰਜੇ ਤੇ ਖਰੈਤੀ ਤਾਂ ਮੈਰਿਟ 'ਚ ਆਇਆ ਸੀ। ਫੱਤੂ ਪਹਿਲਾਂ ਤਹਿਸੀਲ ਵਿੱਚ ਕਲਰਕ ਲੱਗਿਆ, ਫਿਰ ਤਰੱਕੀ ਕਰਕੇ ਨਾਇਬ ਤਹਿਸੀਲਦਾਰ ਬਣ ਗਿਆ। ਜੱਸੇ ਨੇ ਉਸੇ ਦਿਨ ਮਿਊਨਿਸਪਲ ਕਮੇਟੀ ਦਾ ਕੂੜਾ ਢੋਣ ਵਾਲੀ ਝੋਟਾ ਗੱਡੀ ਕਮੇਟੀ ਦੇ ਦਫ਼ਤਰ ਖੜਾ ਦਿੱਤੀ। ਮਾਂ ਨਾਲੀਆਂ ਸਾਫ਼ ਕਰਨੋਂ ਹਟਾ ਲਈ। ਅੱਜ ਕੱਲ ਉਹਦੀ ਬਾਈਪਾਸ ਤੇ ਕੋਠੀ ਬਣਦੀ ਹੈ ਤੇ ਨੰਦੂ ਤੇ ਮਾਲਕਾਂ ਦੀ ਮਿਹਰਬਾਨੀ ਹੋਈ ਜਿਨ੍ਹਾਂ ਦੇ ਬੱਚੇ ਖਿਡਾਉਂਦਾ ਸੀ। ਉਹਨਾਂ ਨੇ ਪੜ੍ਹਾ ਕੇ ਓਵਰਸੀਅਰੀ ਕਰਾਤੀ। ਲੱਗਿਆ ਵੀ ਸੜਕਾਂ ਦੇ ਮਹਿਕਮੇ 'ਚ ਤੇ ਰਾਜਾ ਹੁਣ ਚੌਧਰੀ ਅਖਵਾਉਣ ਲੱਗਾ। ਉਹਨੇ ਚਿੱਟੇ ਕੱਪੜੇ ਪਾਉਣੇ ਤੇ ਹੁੱਕਾ ਪਾਣੀ ਭਰਨ ਲਈ ਸੇਵਾਦਾਰ ਰੱਖਣੇ ਸ਼ੁਰੂ ਕਰ ਦਿੱਤੇ ਨੇ। ਖਰੈਤੀ ਨੇ ਉਹਨਾਂ ਤੋਂ ਕਈ ਘਲਾਰਾਂ ਅੱਗੇ ਪੁੱਟਣੀਆਂ ਹਨ। ਉਹਦੀ ਪਿੱਠ ਤੇ ਵੀ ਫਰਿਸ਼ਤਿਆਂ ਵਰਗੇ ਪ੍ਰੋਫੈਸਰਾਂ ਦਾ ਹੱਥ ਹੈ। ਜੇ ਪ੍ਰੋਫੈਸਰ ਨਾਲ ਮੁਲਾਕਾਤ ਨਾ ਹੁੰਦੀ ਤਾਂ ਕਿਸੇ ਨੇ ਦੱਸਣਾ ਸੀ ਕਿ ਖਰੈਤੀ ਨੂੰ ਕਿ ਕਾਲਜ ਨਾਂ ਦੀ ਵੀ ਕੋਈ ਚੀਜ਼ ਹੁੰਦੀ ਹੈ। 10ਵੀਂ ਪਾਸ ਕਰਨ ਤੱਕ ਉਹ ਸਮਝਦਾ ਸੀ ਫੁੱਲਾਂ ਬੂਟਿਆਂ ਨਾਲ ਮਹਿਕਦੀ ਇਹ ਜਗ੍ਹਾ ਤਾਂ ਸੁਰਖੀਆਂ ਪਾਊਡਰਾਂ ਵਾਲੀਆਂ ਕੁੜੀਆਂ ਤੇ ਜੀਨਾਂ ਦੀਆਂ ਪੈਂਟਾਂ ਪਾਉਣ ਵਾਲੇ ਮੁੰਡਿਆਂ ਦੀ ਕੋਈ ਐਸ਼ਗਾਹ ਹੈ। 10ਵੀਂ ਦਾ ਇਮਤਿਹਾਨ ਦੇ ਕੇ ਵਿਹਲਾ ਹੋਇਆ ਖਰੈਤੀ ਲੇਬਰ ਚੌਕ ਖੜਾਉਣ ਲੱਗਾ ਸੀ। ਉਨੀ ਦਿਨੀ ਵਿਚੋਲਾ ਛੋਟੇ ਦੇ ਵਿਆਹ ਲਈ ਜ਼ੋਰ ਪਾ ਰਿਹਾ ਸੀ। 7-5 ਸਾਲਾਂ ਦਾ ਵਿਆਹ ਪਿੱਛੇ ਪਾ ਰਿਹਾ ਸੀ। 5 ਸਾਲਾਂ ਦਾ ਵਿਆਹ ਪਿੱਛੇ ਪਾ ਰਿਹਾ ਸੀ। ਪੜ੍ਹ ਲਿਖ ਕੇ ਮੁੰਡਾ ਬਿਜਲੀ ਬੋਰਡ 'ਚ ਲਾਈਨਮੈਨ ਵੀ ਲੱਗ ਗਿਆ ਸੀ। ਹੋਰ ਦੇਰ ਕਰਨ ਨਾਲ ਮੁੰਡਾ ਹੱਥੋਂ ਖੁੱਸ ਸਕਦਾ ਸੀ। ਖਰੈਤੀ ਦੇ ਦਿਹਾੜੀ ਜਾਣ ਨਾਲ ਹੱਥ ਕੁਝ ਮੋਕਲਾ ਹੋਣ ਲੱਗਾ ਸੀ। ਕੱਲਾ ਖਰੈਤੀ ਡਾਕਟਰ ਬਣਨ ਲਈ ਮਿਹਨਤ ਨਹੀਂ ਸੀ ਕਰ ਰਿਹਾ। ਸਾਰੇ ਟੱਬਰ ਨੇ ਦਿਨ ਰਾਤ ਇੱਕ ਕਰ ਰੱਖਿਆ ਸੀ। ਛੋਟਾ ਭਰਾ ਦੀਨਾ ਚੌੜੇ ਜੁੱਸੇ ਵਾਲਾ ਸੀ। ਅਗਲੀ ਜਮਾਤ ਚੜ੍ਹਦਾ ਤਾਂ ਸੀ ਪਰ ਖਰੈਤੀ ਵਾਂਗ ਚਮਕਦਾ ਨਹੀਂ ਸੀ। ਘਰ ਵਿੱਚੋਂ ਇੱਕ ਪੜ ਜਾਏ ਬਥੇਰਾ। ਦੀਨੇ ਨੂੰ ਸਕੂਲੋਂ ਹਟਾ ਕੇ ਖਾਨਦਾਨੀ ਪੇਸ਼ਾ ਸੰਭਾਲਤਾ। ਸੰਤਾ ਹੱਟਾ ਕੱਟਾ ਸੀ। ਸੂਰਾਂ ਪਿੱਛੇ ਸਮਾਂ ਬਰਬਾਦ ਕਰਨ ਦੀ ਜ਼ਰੂਰਤ ਨਹੀਂ ਸੀ। ਬਾਪੂ ਨੇ ਹੱਥ ਰੇੜੀ ਕਿਰਾਏ ਤੇ ਲੈ ਲਈ ਸੀ। ਮਾਂ ਹੋਰ ਸਾਜਰੇ ਉੱਠਣ ਲੱਗੀ। ਕਈਆਂ ਘਰਾਂ 'ਚ ਫਲਸ਼ ਲੱਗੇ ਸਨ। ਟੱਟੀਆਂ ਚੁੱਕਣ 'ਚ ਬਹੁਤੀ ਦਿੱਕਤ ਨਹੀਂ ਹੁੰਦੀ। 2-3 ਘਰ ਵੱਧ ਸੰਭਾਲ ਲਏ। ਡਾਕਟਰ ਦਾ ਭਨੋਈਆ ਖਵਾਉਣ ਦੇ ਚਾਅ 'ਚ ਛੋਟੇ ਦੇ ਸਹੁਰੇ ਵੀ ਵਿਆਹ ਹੋਰ ਅੱਗੇ ਪਾਉਣ ਲਈ ਮੰਨ ਗਏ। ਘਰ ਬੈਠੇ ਛੋਟੇ ਦੇ ਟੱਬਰ ਨੂੰ ਖਾਸਾ ਸਹਾਰਾ ਸੀ। ਸਭ ਨੂੰ ਮਿਲ ਮਿਲਾ ਕੇ ਖਰੈਤੀ ਨੂੰ ਪੜ੍ਹਨ ਲਈ ਵਿਹਲਾ ਕੀਤਾ ਹੋਇਆ ਸੀ। ਖਰੈਤੀ ਨੇ ਵੀ ਕਦੇ ਕੁਤਾਹੀ ਨਹੀਂ ਕੀਤੀ। ਦਿਨ ਰਾਤ ਕਿਤਾਬਾਂ ਨਾਲ ਖਪਦਾ ਰਿਹਾ। ਕਦੇ ਪ੍ਰੋਫੈਸਰ ਦੀ ਮੋਟਰ ਤੇ, ਕਦੇ ਅਨੈਕਸੀ ਵਿੱਚ। ਸਮਾਂ ਬਰਬਾਦ ਨਾ ਹੋਵੇ ਇਸੇ ਲਈ ਤਾਂ ਉਹਨੇ ਕੌਡੀ ਖੇਡਣੀ ਛੱਡ ਦਿੱਤੀ ਸੀ। ਨਹੀਂ ਤਾਂ ਰੇੜੀਆਂ ਖਿੱਚ ਕੇ ਤੇ ਦਿਹਾੜੀਆਂ ਕਰ ਕਰਕੇ ਫੌਲਾਦ ਬਣੇ ਡੋਲੇ ਧੌਲੜਾਂ ਜਿਹੇ ਮੁੰਡਿਆਂ ਦੀ ਸਾਰੀ ਟੀਮ ਨੂੰ ਪਾਲੇ ਤੱਕ ਚੁੱਕਣ ਲਿਆਉਣ ਦੀ ਤਾਕਤ ਰੱਖਦੇ ਸੀ। ਕਬੱਡੀ ਲਾਲਿਆਂ ਦੇ ਮੁੰਡਿਆਂ ਦੀ ਖੇਡ ਨਹੀਂ। ਹਾਲ ਦੀ ਘੜੀ ਉਹਨੇ ਨਕਲਾਂ ਕਰਨੀਆਂ ਵੀ ਛੱਡ ਦਿੱਤੀਆਂ। ਨਹੀਂ ਤਾਂ ਜਿਸ ਹਿਸਾਬ ਹਮੀਦ ਵਰਗੇ ਟੁੱਟੇ ਜਿਹੇ ਐਕਟਰ ਇਨਾਮ ਜਿੱਤ ਲਿਆਉਂਦੇ ਆ, ਉਸ ਪਿੱਛੇ ਤਾਂ ਰੇਡੀਓ TV ਵਾਲਿਆਂ ਨੇ ਕਤਾਰਾਂ ਬੰਨ ਲੈਣੀਆਂ ਸੀ। ਪ੍ਰੋਫੈਸਰ ਨੇ ਸਭ ਗੱਲਾਂ ਤੋਂ ਮਨਾ ਕੀਤਾ ਹੋਇਆ ਸੀ। ਉਹਦਾ ਇੱਕੋ ਇੱਕ ਨਿਸ਼ਾਨਾ ਮੈਡੀਕਲ ਕਾਲਜ ਸੀ। ਉਸ ਕੋਲ ਨਾ ਡੋਨੇਸ਼ਨ ਸੀ ਨਾ ਨੋਮੀਨੇਸ਼ਨ। ਉਹਨੇ ਕੇਵਲ ਨੰਬਰਾਂ ਦੇ ਸਹਾਰੇ ਲੜਨਾ ਸੀ। ਬਥੇਰਾ ਸਮਾਂ ਸੀ ਉਸ ਕੋਲ। ਮੈਡੀਕਲ ਕਾਲਜ ਪੁੱਜ ਕੇ ਭਾਵੇਂ ਨਕਲਾਂ ਭਾਵੇਂ ਪਹਿਲਵਾਨੀ, ਉਦੋਂ ਤੱਕ ਸਭ ਬੰਦ। ਆਨਸਰ ਸ਼ੀਟ ਦੇ ਖੁੱਸਣ ਨਾਲ ਉਹਨੂੰ ਲੱਗ ਰਿਹਾ ਸੀ ਉਹਦੀ ਸੀਟ ਖੁੱਸਣ ਲੱਗੀ ਸੀ। ਅੱਧਾ ਸਮਾਂ ਬੀਤਣ ਦਾ ਐਲਾਨ ਖਰੈਤੀ ਤੇ ਵੀ ਤਲਵਾਰ ਵਾਂਗ ਵਰਿਆ। ਅੱਧਾ ਘੰਟਾ ਬੀਤ ਗਿਆ ਸੀ। ਸਵਾਲ ਅੱਧਾ ਵੀ ਹੱਲ ਨਹੀਂ ਸੀ ਹੋਇਆ। ਘੜੀ ਨਾਲੋਂ ਉਹਦਾ ਤਾਲਮੇਲ ਟੁੱਟ ਚੁੱਕਾ ਸੀ। ਹਾਲ 'ਚ ਗੜਬੜੀ ਮਚੀ ਹੋਈ ਸੀ। ਕੋਈ ਕਿਸੇ ਦੀ ਨਹੀਂ ਸੀ ਸੁਣ ਰਿਹਾ। ਸਭ ਨੂੰ ਆਪਣੀ ਆਪਣੀ ਬਣੀ ਹੋਈ ਸੀ। ਨਿੰਦੀ ਦਾ ਇੱਕ ਨੂਮੈਰੀਕਲ ਹੱਲ ਨਹੀਂ ਸੀ ਹੋ ਰਿਹਾ। ਖਰੈਤੀ ਬਿਨਾਂ ਹੋਰ ਕੋਈ ਉਹਦੀ ਮਦਦ ਵੀ ਨਹੀਂ ਸੀ ਕਰ ਸਕਦਾ। ਇਸ ਲਈ ਬਾਰ-ਬਾਰ ਉਸ ਸੁਪਰਡੈਂਟ ਨੂੰ ਖਰੈਤੀ ਵੱਲ ਜਾਣ ਲਈ ਤੁੰਨ ਰਿਹਾ ਸੀ। ਇੱਕ ਛੋਟੀ ਜਿਹੀ ਸਫੈਦ ਚਿੱਟ ਲੈ ਕੇ ਖੁਦ ਸੁਪਰਡੈਂਟ ਖਰੈਤੀ ਕੋਲ ਆਇਆ ਤੇ ਫਾਰਮੂਲਾ ਲਿਖਣ ਦੀ ਬੇਨਤੀ ਕੀਤੀ। ਸਮਾਂ ਪਹਿਲਾਂ ਹੀ ਉਹਨੂੰ ਧੋਖਾ ਦੇ ਚੁੱਕਾ ਸੀ। 1 ਮਿੰਟ ਦੀ ਬਰਬਾਦੀ ਵੀ ਉਹਦੇ ਭਵਿੱਖ ਦੀ ਤਬਾਹੀ ਹੋ ਸਕਦੀ ਸੀ। ਘਬਰਾ ਨਾ ਬੇਟਾ, ਜਿੰਨਾ ਸਮਾਂ ਖਰਾਬ ਹੋਊ ਉਹ ਤੋਂ ਦੁੱਗਣਾ ਦੇ ਦਿਓ। ਇਹ ਸਾਡੇ ਪ੍ਰਿੰਸੀਪਲ ਦਾ ਮੁੰਡਾ ਹੈ। ਖਰੈਤੀ ਦਾ ਢਿੱਲ ਮਸ ਵੇਖ ਕੇ ਚਿੱਟੇ ਵਾਲਾਂ 'ਚ ਉਂਗਲੀ ਨਾਲ ਕੰਘੀ ਕਰਦਾ ਸੁਪਰਡੈਂਟ ਵਾਅਦੇ ਤੇ ਵਾਅਦਾ ਕਰਦਾ ਜਾ ਰਿਹਾ ਸੀ। ਸੁਪਰਡੈਂਟ ਦੇ ਰੋਬ ਤੇ ਵਾਧੂ ਸਮੇਂ ਨਾਲ ਵਿਗੜੀ ਸਵਾਰਨ ਦੇ ਲਾਲਚ ਵਸ ਉਹਨੇ ਚਿੱਟ ਤੇ ਫਾਰਮੂਲਾ ਝਰੀਟ ਦਿੱਤਾ। ਨੂਮੈਰੀਕਲ ਵੀ ਹੱਲ ਕਰ ਦੇ। ਮੂੰਹ ਬੰਨ ਕੇ ਘੜਾ ਨਹਾਉਣ ਵਾਲੀ ਗੱਲ ਨਾ ਕਰ। ਸੁਪਰਡੈਂਟ ਉਹਦੀ ਪਿੱਠ ਵੀ ਥਾਪੜ ਰਿਹਾ ਸੀ ਤੇ ਘੂਰ ਵੀ ਰਿਹਾ ਸੀ। ਸੁਪਰਡੈਂਟ ਨੂੰ ਗਲੋਂ ਲਾ ਕੇ ਫੇਰ ਘੜੀ ਦੇਖੀ। ਰਹਿੰਦੇ ਘੰਟੇ 'ਚ 2.5 ਸਵਾਲ ਹੱਲ ਹੋਣ ਦਾ ਸਵਾਲ ਹੀ ਪੈਦਾ ਨਹੀਂ ਸੀ ਹੁੰਦਾ। ਖਰੈਤੀ ਦੇ ਹੱਥ ਪੈਰ ਕੰਬਣ ਲੱਗੇ।
ਦਿਮਾਗ ਚਕਰਾਉਣ ਲੱਗਾ। ਸਾਰਾ ਸਰੀਰ ਪਸੀਨੇ ਨਾਲ ਗੱਚ ਹੋ ਗਿਆ। ਹਥਲਾ ਨੂਮੈਰੀਕਲ ਉੱਥੇ ਹੀ ਅਟਕ ਗਿਆ। ਖਰੈਤੀ ਦੀ ਯਾਦਦਾਸ਼ਤ ਨੂੰ ਪਤਾ ਨਹੀਂ ਕੀ ਸੱਪ ਨੇ ਸੁੰਘ ਲਿਆ ਸੀ। ਕਦੇ ਉਹਨੂੰ ਲੱਗਦਾ 2 ਤੇ 2 5 ਹੁੰਦੇ ਆ, ਕਦੇ ਲੱਗਦਾ 3 ਹੁੰਦੇ ਆ, ਕਦੇ 5 ਤੇ ਕਾਟਾ ਮਾਰ ਦਿੰਦਾ, ਕਦੇ 30 ਤੇ। ਪ੍ਰੋਫੈਸਰ ਦੀ ਗੱਲ ਫੇਰ ਚੇਤੇ ਆਈ। ਪਹਿਲਾਂ ਸੌਖਾ ਕੰਮ ਨਿਬੇੜ ਲਏ, ਬਾਕੀ ਫੇਰ ਕਰ ਲਏਗਾ। ਮਿੱਠ ਬੋਲੜੇ ਸੁਪਰਡੈਂਟ ਵੱਲ ਤੱਕਦੇ ਹੀ ਉਹਨੂੰ ਕੁਛ ਆਸ ਬੱਝੀ। ਨਿੰਦੀ ਨੇ ਨੂਮੈਰੀਕਲ ਜ਼ਰੂਰ ਹੱਲ ਕੀਤਾ ਹੋਣਾ। ਨਿੰਦੀ ਤਾਂ ਉਸ ਵੱਲ ਝਾਕਿਆ ਹੀ ਨਹੀਂ, ਉਂਝ ਹੀ ਸਿਰ ਫੇਰ ਦਿੱਤਾ। ਉਹ ਨੂਮੈਰੀਕਲ ਤਾਂ ਉਹਨੇ ਹੱਲ ਕੀਤਾ ਹੀ ਨਹੀਂ। ਤੂੰ ਸੀਟ ਤੇ ਬੈਠ, ਮੈਂ ਕੋਸ਼ਿਸ਼ ਕਰਦਾ। ਆ ਕੇ ਸੁਪਰਡੈਂਟ ਰਾਉਂਡ ਤੇ ਨਿਕਲ ਗਿਆ। ਇੱਕ ਇੱਕ ਕਰਕੇ 5 ਮਿੰਟ ਹੋਰ ਲੰਘ ਗਏ। ਬਿਟਰ ਤੱਕਦਾ ਖਰੈਤੀ ਸੁਪਰਡੈਂਟ ਨੂੰ ਉਡੀਕਦਾ ਰਿਹਾ। ਘੁੰਮਦੀ ਉਹਦੀ ਨਜ਼ਰ ਤਰਲੋ ਮੱਛੀ ਹੋ ਰਹੀ ਸੋਹਣੇ ਤੇ ਜਾ ਪਈ। ਪਰਚੀਆਂ ਲਈ ਉਹ ਤਰਲੇ ਕਰ ਰਿਹਾ ਸੀ। ਕੋਈ ਗੱਲ ਨਹੀਂ ਸੀ ਸੁਣ ਰਿਹਾ, ਸਗੋਂ ਸੁਪਰਵਾਈਜ਼ਰ ਉਹਨੂੰ ਝਿੜਕ ਜਾਂਦੇ ਸਨ। ਮਦਦ ਕਿਸੇ ਅਹਿਸਾਨ ਬਦਲੇ ਭਾਲਦੇ। ਜਦੋਂ ਕਾਲਜ ਵਾਲਿਆਂ ਨੇ ਸਟਾਫ ਦੀ ਸੇਵਾ ਲਈ 100 ਰੁਪਇਆ ਇਕੱਠਾ ਕੀਤਾ ਸੀ ਤਾਂ ਸਿਰ ਫੇਰਨ ਵਾਲਿਆਂ ਵਿੱਚ ਇੱਕ ਸੋਹਣਾ ਵੀ ਸੀ। ਫੀਸਾਂ ਭਰਨ ਲਈ ਤਾਂ ਕਈ ਦਿਨ ਦਿਹਾੜੀ ਕਰਨੀ ਪੈਂਦੀ ਹੈ। ਖੂਨ ਪਸੀਨੇ ਦੀ ਕਮਾਈ ਉਹ ਸਟਾਫ ਵਾਲਿਆਂ ਦੀਆਂ ਸ਼ਰਾਬਾਂ, ਮੁਰਗਿਆਂ ਤੇ ਚੁਬਾਰਿਆਂ ਲਈ ਕਿਵੇਂ ਦੇ। ਪਾਸ ਹੁੰਦਾ ਤਾਂ ਠੀਕ, ਨਹੀਂ ਅਗਲੀ ਵਾਰ ਸਹੀ। ਅਗਾਂਹ ਕਿਹੜਾ ਨੌਕਰੀਆਂ ਪਿੱਛੇ ਫਿਰਦੀਆਂ ਸੀ। ਆਖਣ ਨੂੰ ਉਹ ਜੱਟਾਂ ਦਾ ਮੁੰਡਾ ਸੀ। ਹਾਲਤ ਖਰੈਤੀ ਨਾਲੋਂ ਵੀ ਭੈੜੀ। ਚੰਗਾ ਸੀ ਜਾਂ ਮਾੜਾ, ਖਰੈਤੀ ਨੂੰ ਛੁੱਟੀ ਲੈਣ ਦੀ ਜ਼ਰੂਰਤ ਨਹੀਂ ਸੀ ਪੈਂਦੀ। ਸੋਹਣੇ ਨੂੰ ਤਾਂ ਮਹੀਨੇ 'ਚ 10-10 ਦਿਨ ਗਾਇਬ ਰਹਿਣਾ ਪੈਂਦਾ ਸੀ। ਕਦੇ ਗੋਡੀ ਕਰਨੀ ਹੈ, ਕਦੇ ਪਾਣੀ ਲਾਉਣਾ ਹੈ, ਕਦੇ ਹਾੜੀ ਵੱਢਣੀ ਹੈ, ਕਦੇ ਝੋਨਾ ਬੀਜਣਾ ਹੈ, ਕਦੇ ਕਚਹਿਰੀਆਂ, ਤਸੀਲੇ, ਪੇਸ਼ੀ ਭੁਗਤਣੀ ਹੈ। ਜ਼ਮੀਨ ਥੋੜੀ ਤੇ ਕਬੀਲਦਾਰੀ ਵੱਡੀ। ਦਿਹਾੜੀਏ ਕਿਵੇਂ ਰੱਖਣ? ਤੇ ਬਹੁਤੇ ਉੱਚੇ ਨਿਸ਼ਾਨੇ ਵੀ ਨਹੀਂ। ਕੰਪਾਊਂਡਰੀ ਮਿਲ ਜਾਏ ਤਾਂ ਕਿਆ ਕਹਿਣੇ, ਨਹੀਂ ਤੇ ਸਾਇੰਸ ਮਾਸਟਰ ਹੀ ਸਹੀ, ਕਿਵੇਂ ਨਾ ਕਿਵੇਂ ਗਲੋਂ ਖੇਤੀ ਵਾਲੀ ਪੰਜਾਲੀ ਤਾਂ ਲਏ। ਔਖੇ ਪੇਪਰ ਨੇ ਉਹਦੀ ਸਾਇੰਸ ਮਾਸਟਰੀ ਖੋਹ ਲਈ ਲੱਗਦੀ ਸੀ। ਬੈਠਾ ਵੀ ਦੂਰ ਸੀ। ਨੇੜੇ ਤੇੜੇ ਹੋਵੇ ਤਾਂ ਖਰੈਤੀ ਆਪਣੀ ਆਨਸਰ ਸ਼ੀਟ ਘੱਲ ਦੇਵੇ। ਨਾ ਸੁਮਿਧਾ ਨੇ ਸ਼ੀਟ ਮੋੜਨੀ ਸੀ ਤੇ ਨਾ ਹੀ ਸਟਾਫ ਵਾਲਿਆਂ ਉਹਨਾਂ ਦੀ ਮਦਦ ਕਰਨੀ ਸੀ। ਉਹ ਤਾਂ ਇਹਨਾਂ ਕਾਲੀਆਂ ਭੇਡਾਂ ਨੂੰ ਸਬਕ ਸਿਖਾਉਣ ਤੇ ਤੁਲੇ ਹੋਏ ਹੋਣਗੇ। ਬੇਲਾ ਬੈਠਾ ਵੇਖ ਕੇ ਪਿਛਲੇ ਜਗਤਾਰ ਤੇ ਸੱਜੇ ਹੱਥ ਆ ਬੈਠੇ ਬਬਲੇ ਦੀਆਂ ਧਮਕੀਆਂ ਦੀ ਸੁਰ ਉੱਚੀ ਹੋ ਗਈ। ਵੇਲਾ ਹੀ ਬੈਠਾ ਸੀ, 2-4 ਨੰਬਰਾਂ ਦੀ ਮਦਦ ਕਰਦੇ ਤਾਂ ਕਿਹੜਾ ਲੂਣ ਢਿਲਕ ਜਾਣਾ ਸੀ। ਖਰੈਤੀ ਕਿਵੇਂ ਸਮਝਾਏ? ਜੋ ਕੁਝ ਹੱਥ ਪੱਲੇ ਸੀ ਉਹ ਤਾਂ ਪਹਿਲਾਂ ਹੀ ਸੁਮਿਧਾ ਲੈ ਗਈ ਸੀ। ਤੇ 5 ਮਿੰਟ ਹੋਰ ਬੀਤ ਗਏ। ਹਮੀਦ ਨੇ ਚਾਹ ਮੰਗਵਾ ਲਈ। ਸੁਪਰਡੈਂਟ ਬੇਫਿਕਰੀ ਨਾਲ ਗੱਪਾਂ ਮਾਰ ਰਿਹਾ ਸੀ। ਕੀ ਕਰੇ ਖਰੈਤੀ? ਸਮਾਂ ਪੂਰੀ ਤਰ੍ਹਾਂ ਉਹਦੇ ਹੱਥੋਂ ਨਿਕਲ ਗਿਆ ਸੀ। ਬਾਕੀ ਬਚਦੇ ਸਮੇਂ 'ਚ ਇੱਕ ਤੋਂ ਵੱਧ ਪ੍ਰਸ਼ਨ ਹੱਲ ਨਹੀਂ ਸੀ ਹੋ ਸਕਦਾ। 1.5 ਸਵਾਲ ਦੇ ਰਹਿ ਜਾਣ ਦਾ ਮਤਲਬ ਸਾਫ਼ ਸੀ। ਦਬਾ-ਦਬ ਉਹਨੇ ਬਾਕੀ ਪ੍ਰਸ਼ਨਾਂ ਤੇ ਨਿਗਾਹ ਮਾਰੀ। 2 ਛੋਟੇ ਪ੍ਰਸ਼ਨ ਵੀ ਸੀ ਜਿਨ੍ਹਾਂ ਦੀ ਮਾੜੀ ਮੋਟੀ ਟੰਗ ਪੂਛ ਛੱਡ ਕੇ ਉਹਨੂੰ ਜਵਾਬ ਆਉਂਦੇ ਸੀ। ਸਮੇਂ ਦੀ ਨਜ਼ਾਕਤ ਨੂੰ ਦੇਖਦਿਆਂ ਇਹੋ ਪ੍ਰਸ਼ਨ ਹੱਲ ਕਰਨ 'ਚ ਭਲਾ ਸੀ। ਅੱਧਾ ਪ੍ਰਸ਼ਨ ਵੀ ਹੱਲ ਨਹੀਂ ਸੀ ਹੋਇਆ ਕਿ ਪੈਨ ਅਟਕ ਗਿਆ। ਭੁੱਲਦਾ ਉਹ ਸਾਰਾ ਕੁਝ ਹੀ ਭੁੱਲ ਗਿਆ। ਇਹੋ ਜਿਹੇ ਉੱਤਰਾਂ ਦੇ 20 'ਚੋਂ 4-5 ਤੋਂ ਵੱਧ ਨੰਬਰ ਨਹੀਂ ਸੀ ਮਿਲਣੇ। ਖਿਜੇ ਖਰੈਤੀ ਨੇ ਪ੍ਰਸ਼ਨ ਤੇ ਵੱਡਾ ਸਾਰਾ ਕਾਟਾ ਮਾਰ ਦਿੱਤਾ ਤੇ 2 ਮਾੜੇ ਸਵਾਲ ਕਰਨ ਨਾਲੋਂ ਤਾਂ ਚੰਗਾ ਇੱਕ ਵਧੀਆ ਸਵਾਲ ਹੀ ਕਰ ਲਏ। ਮੁੜ ਉਹਨੇ ਪਹਿਲਾਂ ਵਾਲੇ ਪ੍ਰਸ਼ਨਾਂ 'ਚੋਂ ਇੱਕ ਨੂੰ ਛੋਹ ਲਿਆ। ਖਰੈਤੀ ਹੈਰਾਨ ਸੀ। ਹਮੀਦ ਹਾਲੇ ਵੀ ਗੇੜੇ ਤੇ ਗੇੜਾ ਦਈ ਜਾ ਰਿਹਾ ਸੀ। ਤੀਜਾ ਪ੍ਰਸ਼ਨ ਖਤਮ ਹੁੰਦੇ 5 ਮਿੰਟ ਬਾਕੀ ਰਹਿਣ ਦਾ ਐਲਾਨ ਹੋ ਗਿਆ। ਬਾਕੀ ਰਹਿੰਦੇ 1.5 ਸਵਾਲ ਦਾ 5 ਮਿੰਟਾਂ 'ਚ ਕੀ ਕਰੇ? ਹਾਲ 'ਚ ਖਾਮੋਸ਼ੀ ਸੀ। ਸਾਰੇ 3 ਜਣੇ ਰਹਿੰਦੇ ਸਨ, ਉਹ, ਹਮੀਦ ਤੇ ਸੁਮਿਧਾ ਵੀ ਪੇਪਰ ਨੱਥੀ ਕਰ ਰਹੀ ਸੀ। ਉਸ ਕੋਲ ਆਨਸਰ ਸ਼ੀਟਾਂ ਦੀਆਂ 2 ਕਾਪੀਆਂ ਸੀ, ਇੱਕ ਆਪਣੀ, ਇੱਕ ਖਰੈਤੀ ਵਰਗੇ ਕਿਸੇ ਹੋਰ ਦੀ। ਕਚੀਚੀ ਵੱਟ ਕੇ ਸੁਪਰਡੈਂਟ ਦਾ ਵਾਅਦਾ ਯਾਦ ਕਰਨ ਲੱਗਾ, ਜੇ 10 ਮਿੰਟ ਹੋਰ ਮਿਲ ਜਾਣ ਤਾਂ ਉਹਦਾ ਮਸਲਾ ਹੱਲ ਹੋ ਸਕਦਾ ਹੈ। ਪਿਸ਼ਾਬ ਕਰਨ ਗਿਆ ਹਮੀਦ 5 ਮਿੰਟਾਂ ਤੋਂ ਗਾਇਬ ਸੀ। ਸੁਮਿਧਾ ਚਲੀ ਗਈ ਸੀ। ਜ਼ਰੂਰ ਉਸ ਨਾਲ ਗੱਲਾਂ ਲੱਗ ਗਿਆ ਹੋਏਗਾ। ਸਾਰੇ ਸਟਾਫ ਦੀ ਨਿਗਾਹ ਖਰੈਤੀ ਤੇ ਸੀ। 3 ਘੰਟਿਆਂ ਦੀ ਖਪਾਈ ਕਾਰਨ ਸਭ ਥੱਕੇ ਟੁੱਟੇ ਪਏ ਸਨ। ਕਾਗਜ਼ ਨੱਥੀ ਕਰ ਬਈ, ਸਮਾਂ ਖਤਮ ਹੋ ਗਿਆ। ਆਸ ਤੋਂ ਉਲਟੇ ਤਾੜਨਾ ਸੁਪਰਡੈਂਟ ਵੱਲੋਂ ਆਈ। ਹਮੀਦ ਵਾਪਸ ਪਰਤ ਆਇਆ ਸੀ। ਆਉਂਦੇ ਹੀ ਉਹਨੇ ਇੱਕ ਮੋਟੀ ਸਾਰੀ ਆਨਸਰ ਸ਼ੀਟ ਨੇਫੇ 'ਚੋਂ ਕੱਢ ਕੇ ਮੇਜ਼ ਤੇ ਟਿਕਾ ਲਈ। ਖਾਲੀ ਸ਼ੀਟ ਨੂੰ ਦਬਾ-ਦਬ ਨੇਫੇ 'ਚ ਤੁੰਨਿਆ। ਬਾਹਰੋਂ ਆਈ ਸ਼ੀਟ ਤੇ ਰੋਲ ਨੰਬਰ ਲਿਖਿਆ ਤੇ ਸੁਪਰਡੈਂਟ ਨੂੰ ਫੜਾ ਕੇ ਸੀਟੀਆਂ ਮਾਰਦਾ ਬਾਹਰ ਨਿਕਲ ਗਿਆ। ਇਹ ਸਰਾਸਰ ਜ਼ਿਆਦਤੀ ਸੀ। ਖਰੈਤੀ ਚਾਹ ਰਿਹਾ ਸੀ ਕਿ ਉੱਚੀ ਰੌਲਾ ਪਾਏ। ਪਤਾ ਸੀ ਕੌਣ ਸੁਣਨ ਲੱਗਾ। ਉਲਟਾ ਕਿਧਰੇ ਵਾਧੂ ਮਿਲਣ ਵਾਲਾ ਸਮਾਂ ਵੀ ਹੱਥੋਂ ਨਾ ਖੁੱਸ ਜਾਏ। ਸਬਰ ਦਾ ਘੁੱਟ ਭਰਨਾ ਹੀ ਬਿਹਤਰ ਸੀ। ਜੀ ਬਸ 2 ਮਿੰਟ। ਜਿਹੜੇ ਨੂਮੈਰੀਕਲ ਹੱਲ ਕਰਨ ਤੇ ਲੱਗੇ ਸਨ। ਹਮੀਦ ਦੇ ਹਾਲ 'ਚੋਂ ਬਾਹਰ ਨਿਕਲਣ ਤੇ ਖਰੈਤੀ ਨੇ ਸੁਪਰਡੈਂਟ ਨੂੰ ਵਾਅਦਾ ਯਾਦ ਕਰਾਇਆ। ਕਿਉਂ? ਬਾਪੂ ਵਾਲਾ ਰਾਜ ਹੈ। ਉਦੋਂ ਤਾਂ 100 ਰੁਪਇਆ ਦਿੰਦੇ ਨੂੰ ਗੋਲੀ ਵੱਜੀ ਸੀ।
ਬਾਕੀਆਂ ਨੂੰ ਵੀ ਹਟਾਤਾ ਸੀ ਵੱਡੇ ਸਾਹਿਬ ਨੇ। ਇੱਕੋ ਝਟਕੇ ਨਾਲ ਹੱਥੋਂ ਸ਼ੀਟ ਖੋ ਕੇ ਸੁਬਡਨ ਨੇ ਜਿਵੇਂ ਖਰੈਤੀ ਦੀ ਉਸ ਜ਼ਿਆਦਤੀ ਦਾ ਮਜ਼ਾ ਚਖਾਤਾ ਸੀ। ਖਰੈਤੀ ਸੁੰਨ ਹੋ ਗਿਆ। ਕੱਲੀ ਆਂਸਰ ਸ਼ੀਟ ਖੁੱਸੀ ਹੁੰਦੀ ਤਾਂ ਸਬਰ ਹੋ ਸਕਦਾ ਸੀ, ਇੱਥੇ ਤਾਂ ਸਾਰੇ ਪਰਿਵਾਰ ਦੇ ਸੁਪਨਿਆਂ ਦੇ ਮਹਿਲ ਹੇਠੋਂ ਨੀਂਹ ਖਿਸਕ ਗਈ। ਹਾਰੇ ਜਵਾਰੀਏ ਵਾਂਗ ਮੂੰਹ ਲਟਕਾਈ ਬੈਠੀ ਖਰੈਤੀ ਦਾ ਸੀਟ ਤੋਂ ਉੱਠਣ ਨੂੰ ਦਿਲ ਨਹੀਂ ਸੀ ਕਰਦਾ। ਉਹ ਜਾਵੇ ਤਾਂ ਕਿੱਥੇ? ਹੁੱਲੜਬਾਜੀ ਦੇ ਸ਼ੋਰ ਸ਼ਰਾਬੇ ਨੇ ਸੱਚਮੁੱਚ ਉਹਨੂੰ ਅੱਧ ਅਸਮਾਨੋਂ ਗੇਰ ਲਿਆ ਸੀ। ਹਾਲ ਚੋਂ ਬਾਹਰ ਨਿਕਲਦੇ ਖਰੈਤੀ ਦੀਆਂ ਅੱਖਾਂ ਅੱਗੇ ਭੱਬੂ ਤਾਰੇ ਨੱਚ ਰਹੇ ਸੀ। ਤਪਤਿਕ ਦਾ ਮਰੀਜ਼ ਬਣਿਆ ਬਾਪ, ਗਲ ਤੱਕ ਗੰਦਗੀ 'ਚ ਧਸੀ ਮਾਂ, ਵਧੀਆ ਵਰ ਦੀ ਆਸ 'ਚ ਕੁਆਰੀ ਰਹਿ ਗਈ ਭੈਣ ਤੇ ਮੂਰਛਿਤ ਹੋਏ ਲਛਮਣ ਵਰਗੇ ਭਰਾ ਦੀ ਦੇਹ। ਕਿੰਨੇ ਪੰਡਤ ਅਕਸਤਾਰਿਆਂ ਚੋਬਰ ਉੱਬਰ ਉਹਦਾ ਮੂੰਹ ਚੜਾ ਰਹੇ ਸਨ। ਬਾਹਰ ਹਮੀਦ ਦੁਆਲੇ ਮੁੰਡੇ ਕੁੜੀਆਂ ਦਾ ਝੁਰਮਟ ਵੱਜਾ ਹੋਇਆ ਸੀ। ਸੁਮੇਧਾ ਹਮੀਦ ਦੇ ਮੋਢਿਆਂ ਦੇ ਚੜ ਉੱਚੀ ਉੱਚੀ ਹਿਣਹਿਣਾ ਰਹੀ ਸੀ। ਸ਼ਾਰਕ ਕੋਲੋਂ ਦੀ ਲੰਘਦੇ ਖਰੈਤੀ ਨੂੰ ਲੱਗਿਆ ਜਿਵੇਂ ਉਹਦੇ ਪਰਾਂ ਨੂੰ ਨਿਗਲਣ ਵਾਲੇ ਮੱਛੀਆਂ ਦੇ ਇਸ ਝੁੰਡ ਦਾ ਨਾਇਕ ਹਮੀਦ ਮੂਰਖ ਡੱਡੂ ਵਾਲੀ ਕਹਾਣੀ ਸਵਾਦ ਲੈ ਦੁਹਰਾ ਰਿਹਾ ਹੋਵੇ। ਧੰਨਵਾਦ।